3 ਨਿਊਜ਼ ਆਮ ਆਦਮੀ ਦੀ ਆਵਾਜ਼। ਤੁਸੀਂ ਦੇਖੋਗੇ ਖਬਰ ਹਰ ਧਰਮ ਦੀ, ਖੇਡ ਦੇ ਮੈਦਾਨ ਤੋਂ ਤਾਜ਼ੇ ਅਤੇ ਲਾਈਵ ਅਪਡੇਟ ਅਤੇ ਨਾਲ ਹੀ ਰਾਜਨੀਤੀ ਦੇ ਉਥਲ-ਪੁਥਲ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਜਾਣਨ ਤੇ ਦੇਖਣ ਦੇ ਲਈ 3 ਨਿਊਜ਼ ਆਮ ਆਦਮੀ ਦੀ ਆਵਾਜ਼। ਕਰਨੈਲ ਸਿੰਘ ਪੰਜੋਲੀ, ਮੰਗਲ ਸਿੰਘ ਮੈਂਬਰ ਅੰਤਰਿਮ ਕਮੇਟੀ, ਮੰਗਲ ਸਿੰਘ ਮੈਂਬਰ ਅੰਤਰਿਮ ਕਮੇਟੀ 2016 ਵਿੱਚ ਜਿੱਥੇ ਪਾਵਨ ਸਰੂਪਾਂ ਦੇ ਗੁਰੂ ਸਾਹਿਬ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕੀਤੀ ਜਾਂਦੀ ਹੈ, ਉਸ ਵਕਤ ਸ਼ਾਰਟ ਸਰਕਟ ਹੋਣ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਔਰ ਪਿਛਲੇ ਦਿਨ ਪੰਜ ਸਿੰਘ ਸਾਹਿਬਾਨ ਨੇ ਆਪਣੀ ਇਕੱਤਰਤਾ ਦੇ ਵਿੱਚ ਫੈਸਲਾ ਕੀਤਾ ਕਿ ਜੋ ਉਸ ਵਕਤ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਅੰਤਰਕ ਕਮੇਟੀ ਦੇ ਮੈਂਬਰ ਨੇ ਉਹ ਅੱਜ ਮਿਤੀ 18/9/2020 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੇਸ਼ ਹੋਣ। ਉਹਨਾਂ ਦੇ ਵਾਸਤੇ ਉਹ ਸੰਗਤਾਂ ਦੇ ਸਨਮੁਖ ਰੱਖਣਗੇ। ਮੈਂ ਬਹੁਤ ਅਦਬ ਸਹਿਤ ਬੇਨਤੀ ਕਰਦਾ ਹਾਂ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹ ਮਾਈਕ ਤੇ ਆਉਣ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਅਗਲਾ ਫੈਸਲਾ ਸਰਵਣ ਕਰਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਗੁਰੂ ਰਾਮਸਰ ਸਾਹਿਬ ਵਿਖੇ 2016 ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਗਨਦਾਹ ਹੋਏ ਅਤੇ ਉੱਥੇ ਬਹੁਤ ਸਾਰੇ ਕਪਲਿਆਂ ਦਾ ਮਾਮਲਾ ਵੀ ਉਜਾਗਰ ਹੋਇਆ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੀ ਅਪੀਲ ਦੇ ਉੱਤੇ ਪੜਤਾਲੀਆ ਕਮੇਟੀ ਬਣੀ ਸੀ। ਉਸਨੇ ਆਪਣੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਪਤਾ ਲੱਗਿਆ ਕਿ ਜੋ ਅਗਨਦਾਹ ਦੀ ਘਟਨਾ ਵਾਪਰੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪ੍ਰਿੰਟਿੰਗ ਪ੍ਰੈਸ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਗਨਦਾਹ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਹਜ਼ੂਰ ਇਸ ਘਟਨਾ ਲਈ ਪਛਤਾਪ ਕਰਨ ਦਾ ਪੂਰਾ ਵੀ ਯਤਨ ਨਹੀਂ ਕੀਤਾ, ਜੋ ਕਿ ਅਤੀ ਜ਼ਰੂਰੀ ਸੀ। ਭਾਵੇਂ ਉਹ ਅਗਨਦਾਹ ਦੀ ਘਟਨਾ ਕਿਸੇ ਵੀ ਕਾਰਨ ਵਾਪਰੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੀ ਅਣਗਹਿਲੀ ਸੀ। ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਨਤਮਸਤਕ ਹੁੰਦੀ ਔਰ ਅਰਦਾਸ ਕਰਦੀ ਕਿ ਹੇ ਅਕਾਲ ਪੁਰਖ, ਹੇ ਸੱਚੇ ਪਾਤਸ਼ਾਹ, ਜੋ ਇਹ ਅਗਨਦਾਹ ਦੀ ਘਟਨਾ ਵਾਪਰੀ ਹੈ, ਇਹ ਸਾਡੀ ਅਣਗਹਿਲੀ ਹੈ, ਸਾਨੂੰ ਖਿਮਾ ਕਰ ਤੇ ਅੱਗੇ ਤੋਂ ਸਮਤ ਬਖਸ਼ਿਸ਼ ਕਰ, ਤਾਂ ਕਿ ਅਸੀਂ ਯੋਗ ਢੰਗ ਦੇ ਨਾਲ ਆਪ ਜੀ ਦੀ ਸੇਵਾ ਸੰਭਾਲ ਕਰ ਸਕੀਏ। ਪਰ ਐਸਾ ਕਰਨ ਦੀ ਖੇਚਲਾ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਹੋਈ। ਸੁਖਦੇਵ ਸਿੰਘ ਭੌਰ ਜੋ ਉਸ ਵੇਲੇ ਦੇ ਜਨਰਲ ਸਕੱਤਰ ਹੈ, ਉਹਨਾਂ ਨੇ ਕਿਹਾ ਆਪਣੇ ਇੱਕ ਲਿਖਤੀ ਸਪਸ਼ਟੀਕਰਨ ਦੇ ਵਿੱਚ ਕਿ ਉਸ ਵੇਲੇ ਦੇ ਪ੍ਰਧਾਨ ਅਵਤਾਰ ਸਿੰਘ ਨੂੰ ਉਹਨਾਂ ਨੇ ਕਿਹਾ ਸੀ ਕਿ ਪਛਤਾਪ ਕਰਵਾਉਣਾ ਚਾਹੀਦਾ ਹੈ, ਪਰ ਉਹਨਾਂ ਦੀ ਗੱਲ ਨਹੀਂ ਮੰਨੀ ਗਈ। ਪ੍ਰਧਾਨ ਨੇ ਗੱਲ ਨਹੀਂ ਮੰਨੀ, ਸਕੱਤਰ ਨੇ ਗੱਲ ਨਹੀਂ ਮੰਨੀ। ਨਾ ਇਸ ਵਕਤ ਪ੍ਰਧਾਨ ਹੈ ਤੇ ਨਾ ਇਸ ਵਕਤ ਸਕੱਤਰ ਹੈ।
2016 ਦੇ ਵਿੱਚ ਜੋ ਅੰਤਰੰਗ ਕਮੇਟੀ ਦੇ ਮੈਂਬਰ ਸੀ, ਉਹਨਾਂ ਦੇ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਉਹ ਅੱਗੇ ਆ ਕੇ ਇਸ ਗੱਲ ਦਾ ਸਪਸ਼ਟੀਕਰਨ ਦੇਣ ਕਿ ਕੀ ਅੰਤਰੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਸੰਬੰਧੀ ਕੋਈ ਮਤਾ ਪਾਉਣ ਦਾ ਜ਼ਿਕਰ, ਉਜ਼ਰ ਜਾਂ ਕੋਸ਼ਿਸ਼ ਕੀਤੀ ਗਈ। ਜੇ ਕੀਤੀ ਗਈ ਕਿਹਦੇ ਵੱਲੋਂ ਕੀਤੀ ਗਈ, ਜੇ ਨਹੀਂ ਕੀਤੀ ਗਈ ਤੇ ਕਿਉਂ ਨਹੀਂ ਕੀਤੀ ਗਈ। ਮਾਈਕ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੇ ਅੱਗੇ ਰੱਖਿਆ ਜਾਏ, ਕਿਉਂਕਿ ਉਹ ਦੂਜੇ ਅਹੁਦੇਦਾਰ ਸਨ ਅੰਤਰੰਗ ਕਮੇਟੀ ਦੇ ਵਿੱਚ। ਮੁੱਖ ਪ੍ਰਧਾਨ ਤੋਂ ਬਾਅਦ ਮੁੱਖ ਜ਼ਿੰਮੇਵਾਰੀ ਜਿਹੜੀ ਹੈ ਉਹ ਸੀਨੀਅਰ ਮੀਤ ਪ੍ਰਧਾਨ ਦੀ ਹੁੰਦੀ ਹੈ। ਇਸ ਕਰਕੇ ਉਹ ਸਮੁੱਚੇ ਕਮੇਟੀ ਮੈਂਬਰਾਂ ਵੱਲੋਂ ਜਿਹੜਾ ਹੈ ਉਹ ਆਪਣਾ ਸਪਸ਼ਟੀਕਰਨ ਦੇ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਮੀਟਿੰਗ ਦੇ ਦੌਰਾਨ ਤਕਰੀਬਨ ਸਾਰੇ ਮੈਂਬਰ ਸਾਹਿਬਾਨਾਂ ਨੇ ਬੇਨਤੀ ਕੀਤੀ ਸੀ ਕਿ ਆਪਾਂ ਇਸ ਚੀਜ਼ ਦਾ ਪਛਤਾਵਾ ਸਾਨੂੰ ਕਰਨਾ ਚਾਹੀਦਾ ਹੈ। ਤੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਜ਼ਰੂਰ ਕਰਾਵਾਂਗੇ, ਔਰ ਇਹਦੇ ਨਾਲ ਹੀ ਪ੍ਰਧਾਨ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਜਲਦੀ ਤੋਂ ਜਲਦੀ ਸਲਾਹ ਕਰਕੇ ਸਾਰਿਆਂ ਨਾਲ, ਸਿੰਘ ਸਾਹਿਬਾਨਾਂ ਨਾਲ ਇਹਦੇ ਬਾਰੇ ਫੈਸਲਾ ਲਿੱਤਾ ਜਾਏ। ਕੀ ਇਹ ਅਖੰਡ ਪਾਠ ਫਿਰ ਹੋਇਆ? ਕੀ ਪਛਤਾਪ ਕੀਤਾ ਗਿਆ? ਅਤੇ ਫਿਰ ਪ੍ਰਧਾਨ ਸਾਹਿਬ ਨੂੰ ਅਸੀਂ ਬੇਨਤੀ ਕਰ ਦਿੱਤੀ ਸੀ ਸਾਰਿਆਂ ਨੂੰ, ਤੇ ਉਹਨਾਂ ਫੈਸਲਾ ਉਹਨਾਂ ਨੇ ਲੈਣਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਫੈਸਲਾ ਲੈਣਾ ਹੈ ਕਿ ਅੰਤਰੰਗ ਕਮੇਟੀ ਦੇ ਮੈਂਬਰ ਜਿਹੜੇ ਅਸੀਂ ਬਣਨੇ ਆ, ਔਰ ਹਰ ਸਾਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਸਾਲਾਨਾ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਮੈਂਬਰ ਜਿਹੜਾ ਹੈ ਉਹ ਐਗਜ਼ੈਕਟਿਵ ਦੇ ਵਿੱਚ ਆਉਣ ਲਈ ਜਾਂ ਅਹੁਦੇਦਾਰੀਆਂ ਲੈਣ ਲਈ ਯਤਨ ਕਰਦਾ ਹੈ। ਤੇ ਜੇ ਅਧਿਕਾਰ ਹੀ ਕੋਈ ਨਹੀਂ ਹੈ ਕਿਸੇ ਐਗਜ਼ੈਕਟਿਵ ਦੇ ਮੈਂਬਰ ਨੂੰ, ਤੇ ਫਿਰ ਇਹ ਭੱਜ ਨੱਠ ਕਿਉਂ ਕੀਤੀ ਜਾਂਦੀ? ਕੀ ਇਹ ਗਲਤੀ ਨਹੀਂ ਹੈ ਕਿ ਅਸੀਂ ਪਤਾ ਕਰਦੇ, ਮਹੀਨੇ ਬਾਅਦ ਪਤਾ ਕਰਦੇ, 2 ਮਹੀਨੇ ਬਾਅਦ ਪਤਾ ਕਰਦੇ ਕਿ ਪਛਤਾਪ ਦਾ ਅਖੰਡ ਪਾਠ ਸਾਹਿਬ ਹੋਇਆ ਨਹੀਂ ਹੋਇਆ, ਪਛਤਾਪ ਕੀਤਾ ਨਹੀਂ ਕੀਤਾ, ਕਰਨਾ ਚਾਹੀਦਾ ਸੀ ਕਿ ਇਸ ਲਈ ਯਤਨ ਕੀਤਾ? ਕੋਈ 15 ਦਿਨਾਂ ਬਾਅਦ, ਮਹੀਨੇ ਬਾਅਦ, 2 ਮਹੀਨੇ ਬਾਅਦ, ਉਸ ਤੋਂ ਬਾਅਦ ਸਾਲ ਰਹੇ ਹੋ ਤੁਸੀਂ, ਕਿ 1 ਸਾਲ ਦੇ ਦੌਰਾਨ ਪਤਾ ਕੀਤਾ ਕਿ ਪਛਤਾਪ ਨਹੀਂ ਹੋਇਆ? ਮੇਰਾ ਖਿਆਲ ਨਹੀਂ ਹੋਇਆ। ਉਸ ਤੋਂ ਬਾਅਦ ਕੀ ਇਹ ਗਲਤੀ ਨਹੀਂ ਹੈ ਐਗਜ਼ੈਕਟਿਵ? ਗਲਤੀ ਹੈ, ਸਾਰੀ ਗਲਤੀ ਹੈ। ਤੁਸੀਂ ਸਾਰੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਇਸ ਗੱਲ ਨੂੰ ਕਬੂਲ ਕਰਦੇ ਹੋ ਕਿ ਇਹ ਗਲਤੀ ਹੈ, ਬਜ਼ਰ? ਗਲਤੀ ਸਾਰੇ ਕਹੋ ਕਿ ਬਜ਼ਰ ਗਲਤੀ ਹੈ ਇਹ। ਔਰ ਸੰਗਤ ਵੱਲ ਮੂੰਹ ਕਰਕੇ ਇੱਕ ਵਾਰ ਕਹੋ, ਸਾਰੇ ਸੰਗਤ ਵੱਲ ਮੂੰਹ ਕਰਕੇ ਕਹੋ ਕਿ ਪਛਤਾਪ ਨਾ ਕਰਾਉਣਾ ਇਹ ਬਜ਼ਰ ਗਲਤੀ ਹੈ ਕਮੇਟੀ ਦੀ। रोको 1 मिनट, विचार करके दस। सरीरक तकलीफ है किसी बजुर्ग नूं, वो बैठ सकता है, बाकी खड़े। ਕਰੋ ਦੁਆਰਾ ਇੱਕਦਮ ਨਾ ਰੋਲਾ ਪਾਉਣ ਲੱਗ ਜਾਏ, ਸਬਰ ਕਰ ਲਿਆ ਕਰੋ। ਹਾਂ ਤੇ ਵੇਖ ਲਓ ਨਾ ਯਾਰ, ਫਿਰ ਫਰੇਮ ਦੇਖੋ। ਕੈਮਰਾ ਮੇਰੇ ਕੋਲ ਹੈ, ਚੁੱਪ ਕਰੋ ਕੈਮਰਾ।
ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ। ਪੰਜ ਸਿੰਘ ਸਾਹਿਬਾਨ ਵੱਲੋਂ ਜੋ ਤਨਖਾਹ ਨਿਯਤ ਕੀਤੀ ਗਈ ਹੈ ਉਹ ਤੁਹਾਨੂੰ ਸੁਣਾਈ ਜਾਂਦੀ ਹੈ। ਇੱਕ ਸਹਿਜ ਪਾਠ ਆਪ ਕਰਨਾ ਹੈ। ਜਿਹੜੇ ਆਪ ਪਾਠ ਕਰਨ ਦੀ ਸਮਰੱਥਾ ਨਹੀਂ ਰੱਖਦੇ ਉਹਨਾਂ ਨੇ ਪਾਠ ਆਪਣੇ ਘਰ ਦੇ ਵਿੱਚ ਗ੍ਰੰਥੀ ਸਿੰਘ ਪਾਸੋਂ ਪ੍ਰਾਰੰਭ ਕਰਵਾ ਕੇ ਵੱਧ ਤੋਂ ਵੱਧ ਸੁਣਨਾ ਮਨਜ਼ੂਰ ਹੈ। 1 ਮਹੀਨੇ ਦੇ ਅੰਦਰ ਅੰਦਰ ਤੇ ਜੇ ਆਪ ਪਾਠ ਕਰਨਾ ਹੈ 2 ਮਹੀਨੇ ਵੀ ਲੱਗ ਜਾਣਗੇ ਤੇ ਕੋਈ ਗੱਲ ਨਹੀਂ, ਜੇ ਆਪ ਕਰਨਾ ਤਾਂ। ਦੂਸਰਾ, ਜਿੰਨਾ ਚਿਰ ਸਹਿਜ ਪਾਠ ਚੱਲੇਗਾ ਤੁਸੀਂ ਆਪ ਕਰੋ, ਪਾਠੀ ਸਿੰਘ ਤੋਂ ਰਖਵਾ ਕੇ ਸੁਣੋ। ਉਹਨਾਂ ਚਿਰ ਨੇੜਲੇ ਗੁਰਦੁਆਰੇ ਦੇ ਵਿੱਚ ਜਾ ਕੇ ਆਪਣੀ ਸਰੀਰਕ ਸਮਰੱਥਾ ਮੁਤਾਬਕ ਸੇਵਾ ਕਰਨੀ ਹੈ, ਮਨਜ਼ੂਰ ਹੈ। ਤੇ ਤੀਸਰਾ, 1 ਸਾਲ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕੋਈ ਵੀ ਜਿਹੜਾ ਅਹੁਦਾ ਜਿਹੜਾ ਹੈ ਉਹ ਪ੍ਰਾਪਤ ਨਹੀਂ ਕਰੋਗੇ। 1 ਸਾਲ, ਅੱਜ ਤੋਂ 1 ਸਾਲ ਕੋਈ ਵੀ ਅਹੁਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਾਪਤ ਨਹੀਂ ਕਰੋਗੇ। ਜਿਹੜੀਆਂ ਜਾਇਦਾਦ ਸਬ ਕਮੇਟੀਆਂ ਉਹਨਾਂ ਦੇ ਵਿੱਚ ਕਾਰਜਸ਼ੀਲ ਰਹੋਗੇ, ਲੇਕਿਨ ਹੋਰ ਕਿਸੇ ਵਿਸ਼ੇਸ਼ ਸਬ ਕਮੇਟੀ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਦੀ ਹੈ ਉਹਦੇ ਵਿੱਚ ਸ਼ਾਮਲ ਨਹੀਂ ਹੋਗੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਇਸ ਹੁਕਮ ਦੀ ਜਿਹੜੀ ਹੈ ਉਹ ਪਾਲਣਾ ਕਰਵਾਵੇ, ਮਨਜ਼ੂਰ ਹੈ। ਮੱਥਾ ਟੇਕੋ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਬੈਠ ਸਕਦੇ ਹੋ, ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆਈ ਹੈ ਕਿ ਉਹ ਕੁਝ ਕਹਿਣਾ ਚਾਹੁੰਦੀ ਹੈ, ਉਹ ਵੀ ਆ ਜਾਣ। ਬੈਠ ਜਾਓ ਜਾਂ ਚਲੇ ਜਾਓ। ਮਾਇਕ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਜਿਹੜੇ ਨੇ ਮੌਜੂਦਾ, ਉਹਨਾਂ ਦੇ ਖੋਲ ਦਿੱਤਾ ਜਾਏ। ਇੱਕ ਮੂੰਹ ਖੋਲੋ ਜੀ, ਮੂੰਹ ਨਹੀਂ ਬੰਨਣਾ ਕਿਸੇ ਨੇ। ਤੁਸੀਂ ਕੀ ਕਹਿਣਾ? ਪਰਮ ਸਤਿਕਾਰਯੋਗ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਇਸ ਮਹਾਨ ਤਖਤ ਤੇ ਸਿੰਘ ਸਾਹਿਬਾਨ ਤੇ ਸਮੁੱਚੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿਛਲੇ ਅੱਜ ਤੋਂ 5 ਸਾਲ ਪਹਿਲਾਂ ਜੋ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਹ ਇੱਕ ਬਹੁਤ ਹੀ ਮੰਦਭਾਗੀ ਸਾਹਿਤਕ ਹੈ ਜਿਹੜੀ ਘਟਨਾ ਵਾਪਰੀ ਸੀ, ਔਰ ਉਹ ਬਹੁਤ ਚਿਰ ਪਹਿਲਾਂ ਦੀ ਸੀ। ਲੇਕਿਨ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਅਧਿਕਾਰੀਆਂ ਵੱਲੋਂ ਆਪਣੇ ਲਾਲਚ ਬਸ ਆਪਣੀ ਬੇਈਮਾਨੀ ਕਰਕੇ ਇਹ ਸ੍ਰੀ ਗੁਰੂ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਸੀ ਉਹਨਾਂ ਦੀਆਂ ਦਰਸ਼ਨੀ ਭੇਟਾਂ ਆਪਣੇ ਕੋਲ ਰੱਖ ਕੇ ਦਿੰਦੇ ਰਹੇ ਸਨ, ਔਰ ਜਿਸ ਦੀ ਤੁਸੀਂ ਜਾਂਚ ਵੀ ਕਰਵਾਈ ਹੈ। ਅਸੀਂ ਤੁਹਾਡੇ ਧੰਨਵਾਦੀ ਹਾਂ ਕਿ 328 ਜਿਹੜੇ ਪਾਵਨ ਸਰੂਪ ਸਨ ਉਹ ਸੰਗਤਾਂ ਨੂੰ ਔਰ ਬਿਨਾਂ ਰਸੀਦ ਕੱਟਿਆਂ ਉਹ ਭੇਟਾਂ ਜੇਬ 'ਚ ਪਾ ਕੇ ਦਿੱਤੀ ਗਈ। ਲੇਕਿਨ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਿਤ ਮਾਮਲਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਸਥਾ ਰੱਖਦੇ ਹਾਂ। ਸੋ ਇਸ ਗੱਲ ਦਾ ਅਸੀਂ ਵੀ ਮੌਜੂਦਾ ਜਿੰਨੀ ਸਾਡੇ ਅਹੁਦੇਦਾਰ ਨੇ ਔਰ ਜਿੰਨੇ ਅੰਤਰ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਸਾਰਿਆਂ ਦੇ ਇਸ ਗੱਲ ਦਾ ਬਹੁਤ ਵੱਡਾ ਬੋਝ ਹੈ
ਕਿ ਇਹ ਘਟਨਾ ਇੱਕ ਬਹੁਤ ਹੀ ਮਾੜੀ ਘਟਨਾ ਉਸ ਸਮੇਂ ਵਾਪਰੀ, ਅਫਸੋਸ ਨਾ ਘਟਨਾ ਵਾਪਰੀ। ਸੋ ਇਹਦੇ ਕਰਕੇ ਅਸੀਂ ਸਾਰੇ ਤੁਹਾਡੇ ਸਨਮੁਖ ਹੋ ਕੇ ਸਾਰੀ ਸਿੱਖ ਸੰਗਤ ਤੋਂ, ਸਮੁੱਚੀ ਕੌਮ ਤੋਂ ਵੀ ਔਰ ਖਿਮਾ ਜਾਚਨਾ ਜਿਹੜੀ ਅਸੀਂ ਸਾਰੀ ਅੱਜ ਦੀ ਜਿਹੜੀ ਮੌਜੂਦਾ ਅੰਤਰ ਕਮੇਟੀ ਹੈ, ਸਾਡੇ ਅਹੁਦੇਦਾਰ ਨੇ, ਉਹ ਜਾਚ ਕਾਮਨਾ ਔਰ ਮਾਫੀ ਮੰਗਣ ਵਾਸਤੇ ਸਾਰੀ ਸੰਗਤ ਤੋਂ ਅਸੀਂ ਇੱਥੇ ਪਹੁੰਚੇ ਹਾਂ। ਭਾਵੇਂ ਤੁਸੀਂ ਸਾਨੂੰ ਬੁਲਾਇਆ ਨਹੀਂ ਗਿਆ, ਲੇਕਿਨ ਅਸੀਂ ਆਪਣੀ ਸਾਡੇ ਮਨ ਦੇ ਉੱਤੇ ਜੋ ਇਸ ਤਰ੍ਹਾਂ ਦਾ ਬੋਝ ਹੈ, ਉਸ ਕਰਕੇ ਅਸੀਂ ਤੁਹਾਡੇ ਸਨਮੁਖ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਪ੍ਰਕਾਸ਼ਨਾ ਹੁੰਦੀ ਹੈ, ਉਸ ਜਗ੍ਹਾ ਤੋਂ ਕੁਝ ਕਰਮਚਾਰੀ ਜਿਹੜੇ ਨੇ ਸੰਗਤਾਂ ਨੂੰ, ਗੁਰਦੁਆਰਾ ਕਮੇਟੀਆਂ ਨੂੰ, ਜਿਹੜਾ ਜਿਵੇਂ ਕਿ ਰਿਪੋਰਟ ਦੇ ਵਿੱਚ ਦੱਸਿਆ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਿੰਦੇ ਨੇ, ਬਣਦੀ ਭੇਟਾ ਜਿਹੜੀ ਹੈ ਉਹ ਆਪਣੀ ਨਿੱਜੀ ਹਿੱਤਾਂ ਲਈ ਖਰਚ ਕਰਦੇ ਆ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹਨਾਂ ਘਪਲਿਆਂ ਤੋਂ ਬਿਲਕੁਲ ਅਣਜਾਣ ਹੈ। ਕੋਈ ਪਤਾ ਨਹੀਂ ਹੈ ਕਿ ਪਬਲੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਉਹ ਘਪਲੇ ਤੇ ਘਪਲਾ ਕਰੀ ਜਾਂਦੇ ਆ ਤੇ ਪੈਸੇ ਜਿਹੜੇ ਆਪਣੀਆਂ ਜੇਬਾਂ 'ਚ ਪਾਈ ਜਾਂਦੇ ਆ। ਕੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਲਤੀ ਨਹੀਂ ਹੈ ਕਿ ਕਦੇ ਦੇਖਣ ਦਾ ਯਤਨ ਹੀ ਨਹੀਂ ਕੀਤਾ, ਕਦੇ ਲੈਜ਼ਰਾਂ ਦੀ ਪੜਤਾਲ ਨਹੀਂ ਕੀਤੀ ਹੈ, ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਨੂੰ ਦੇਖਣ ਦਾ ਯਤਨ ਨਹੀਂ ਕੀਤਾ? ਕੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਣਗਹਿਲੀਆਂ ਨਹੀਂ ਹੈ? ਬਿਲਕੁਲ ਜੀ, ਬਿਲਕੁਲ ਅਣਗਹਿਲੀਆਂ ਨਹੀਂ ਸਾਡੀ। ਤੁਸੀਂ ਚੁੱਪਚਾਪ ਮਨ ਦੇ ਵਿੱਚ ਵਾਹਿਗੁਰੂ ਦਾ ਪਾਠ ਕਰਦੇ ਹੋ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਕਰਕੇ ਆਓ। ਸਾਰੇ ਜਿੰਨੇ ਮੌਜੂਦਾ ਮੈਂਬਰ ਅਹੁਦੇਦਾਰ ਨੇ, ਗੱਲਾਂ ਨਹੀਂ ਕਰਨੀਆਂ ਬਿਲਕੁਲ ਵੀ। ਮਨ ਦੇ ਅੰਦਰ ਵਾਹਿਗੁਰੂ ਦਾ ਜਾਪ ਜਪਦੇ ਆ, ਦੋਨੇ ਹੱਥ ਜੋੜ ਕੇ ਇੱਕ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਪੂਰੀ ਜਿਹੜੀ ਹੈ ਸਮੇਤ ਸਰੋਵਰ ਉਹ ਕਰਕੇ ਜਿਹੜਾ ਇੱਥੇ ਹਾਜ਼ਰ ਹੋ ਸੰਗਤ ਦੇ ਵਿੱਚ। ਸਤਿ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਿੰਦਰਪਾਲ ਸਿੰਘ ਗੋਰਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਰਤਨ ਸਿੰਘ ਜਫਰਵਾਲ, ਸਾਬਕਾ ਧਰਮ ਪ੍ਰਚਾਰ ਕਮੇਟੀ ਮੈਂਬਰ, ਔਰ ਸਰਚਾਂਦ ਸਿੰਘ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋਣ। ਤੁਹਾਨੂੰ ਤਿੰਨਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਸੁੱਚਾ ਸਿੰਘ ਲੰਗਾ ਖਾਲਸਾ ਪੰਥ ਵੱਲੋਂ ਛੇਕਿਆ ਗਿਆ, ਇਹਦੇ ਬਾਵਜੂਦ ਤੁਸੀਂ ਉਹਦੇ ਨਾਲ ਮਿਲਵਰਤਨ ਕੀਤਾ। ਕੀ ਤੁਹਾਡੀ ਇਹ ਗਲਤੀ ਨਹੀਂ ਹੈ? ਮਾਈਕ ਦਿੱਤਾ ਜਾਵੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਗਲਤੀ ਹੈ। ਤੇ ਜੇ ਅੱਜ ਤਨਖਾਹ ਜਿਹੜੀ ਹੈ ਉਹ ਲਵਾਉਣ ਤੋਂ ਬਾਅਦ, ਪੂਰੀ ਕਰਨ ਤੋਂ ਬਾਅਦ ਫਿਰ ਤੁਸੀਂ ਲੰਗਾਹ ਦੇ ਨਾਲ ਕਿਤੇ ਉੱਠੇ ਬੈਠੇ ਨਜ਼ਰ ਆ ਗਏ, ਤੇ ਫਿਰ ਜਵਾਬਦੇਹੀ ਕਿਹਦੀ ਹੋਊਗੀ? ਸਾਡੀ ਹੋਏਗੀ ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਕੀ ਇਹ ਪਰਨ ਕਰਦੇ ਹੋ ਕਿ ਅਗਾਂਹ ਤੋਂ ਉਹਦੇ ਨਾਲ ਮਿਲਵਰਤਨ ਜਿਹੜਾ ਨਹੀਂ ਰੱਖੋਗੇ? ਨਹੀਂ ਰੱਖਾਂਗੇ। ਵੱਖਰੇ ਵੱਖਰੇ ਤਿੰਨੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਜ਼ਿੰਦਗੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਾਂ। ਹੁਣ ਵੀ ਗਾੜੀ ਜੇ ਸਾਡੀ ਕੋਈ ਗਲਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਪੰਥ ਸਾਨੂੰ ਮਾਫ ਕਰ ਦੇ। ਅਸੀਂ ਦੋਵੇਂ ਹੱਥ ਜੋੜ ਕੇ ਆਪਣੀ ਗਲਤੀ ਦੀ ਮਾਫੀ ਮੰਗਦੇ ਹਾਂ। ਜੇ ਗਲਤੀ ਨਹੀਂ ਹੈ, ਗਲਤੀ ਹੈ। ਗਲਤੀ ਜੀ, ਗਲਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬਾਨਾਂ ਦਾ ਜੋ ਫੈਸਲਾ ਹੋਵੇਗਾ ਦਾਸ ਨੂੰ ਮਨਜ਼ੂਰ ਹੋਵੇਗਾ ਜੀ। ਦਾਸ ਦੀ ਗਲਤੀ ਨੂੰ ਸਮਾਜ ਯਾਚਨਾ ਦੀ ਅਸੀਂ ਅਪੀਲ ਕਰਦੇ ਹਾਂ। ਤੁਸੀਂ ਇੱਕ ਸਹਿਜ ਪਾਠ ਆਪ ਕਰਨਾ ਜਾਂ ਪਾਠੀ ਸਿੰਘਾਂ ਤੋਂ ਕਰਾਉਣਾ ਮਨਜ਼ੂਰ ਹੈ? ਬਿਲਕੁਲ। ਸਾਰਾ ਸੁਣਨਾ ਹੈ। ਜੇ ਪਾਠੀ ਸਿੰਘ ਤੋਂ ਪ੍ਰਾਰੰਭ ਕਰਾਇਆ, ਸਾਰਾ ਸੁਣਨਾ ਹੈ। 5 ਦਿਨ ਤੁਸੀਂ ਸਥਾਨਕ ਗੁਰਦੁਆਰਾ ਸਾਹਿਬ ਜਿਹੜਾ ਤੁਹਾਡੇ ਨਜ਼ਦੀਕ ਹੈ ਉੱਥੇ 1 ਘੰਟਾ ਸੇਵਾ ਕਰਨੀ ਹੈ।
ਮਨਜ਼ੂਰ ਹੈ? ਠੀਕ ਹੈ ਜੀ। ਤੇ 2 ਦਿਨ ਇੱਥੇ ਦਰਬਾਰ ਸਾਹਿਬ 1 ਘੰਟਾ ਸੇਵਾ ਕਰਨੀ ਹੈ, ਕੀਰਤਨ ਸੁਣਨਾ, ਲੰਗਰ ਦੇ ਵਿੱਚ ਬਰਤਨ ਮਾਂਜਣੇ। ਮਨਜ਼ੂਰ ਹੈ? ਠੀਕ ਹੈ ਜੀ। ਬੈਠੋ। ਤੇ ਜਦੋਂ ਇਹ ਸੇਵਾ ਪੂਰੀ ਹੋ ਜਾਏ ਉਸ ਤੋਂ ਬਾਅਦ 1100 ਰੁਪਇਆ ਕੜਾਹ ਪ੍ਰਸ਼ਾਦ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਉਹ ਦੇ ਕਰਾਉਣੀ ਤੇ 1100 ਹੀ ਜਿਹੜਾ ਉਹ ਗੋਲਕ ਚ ਪਾਉਣਾ। ਮਨਜ਼ੂਰ ਹੈ? ਬੈਠੋ। ਮੈਂ ਕਰਾਂ ਕਿ ਨਾ ਕਰਾਂ ਹੁਣ ਵੀ ਕਰਨਾ ਸਿਰ ਮੈਂ ਫੜੀ ਰੱਖ ਛੇੜੀ ਨਾ ਸਿੱਧਾ ਰੱਖ ਹਾਂ ਦੇਖ ਲਓ मेरे ना जहदार साहब हाँ जी मैं जहदार साहब में आना
ਵਾਹਿਗੁਰੂ ਜੀ। ਮੌਜੂਦਾ ਕਮੇਟੀ ਮੈਂਬਰ ਸਾਹਿਬਾਨ ਸ਼੍ਰੀ ਅਕਾਲ ਤਖਤ ਜਥੇਦਾਰ ਵੱਲੋਂ ਲਾਈ ਸੇਵਾ ਪੂਰੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਹੋਏ ਮਾਨਯੋਗ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੰਗੋਵਾਲ ਉਹ ਹਿਲਦਾ ਹੁੰਦਾ ਮਾੜਾ ਮੋਟਾ ਕੈਮਰਾ ਮੋਬਾਈਲ ਹੈ ਹਾਂਜੀ ਲਿਮਟਿਡ ਇਹ ਦੱਸਦੇ ਜੇ ਮੈਨੂੰ ਪਤਾ ਸੀ ਮੈਂ ਤਾਂ ਪੂਰੇ ਮੈਂ ਕਰਨਾ ਲਾਈਵ ਕਹਿਣਾ ਚਾਹੁੰਦਾ ਮੈਂ ਠੀਕ ਮੈਂ ਓਕੇ ਗੁੱਸਾ ਕਸਾ ਨਾ ਕਰਨਗੇ ਫੜੀ ਕੈਮਰਾ ਮੇਰੇ ਹੱਥ ਕਰਦਾ
ਕਿੱਥੇ ਆਉਂਦੇ ਮੈਨੂੰ ਹੈਂਡੀ ਦਵਾ ਤੁਸੀਂ ਆ ਫੜੋ ਹਾਂ ਮੌਜੂਦਾ ਐਗਜ਼ੈਕਟਿਵ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਇਹ ਵੀ ਵਿਦਿਤ ਕੀਤਾ ਜਾਂਦਾ ਹੈ ਕਿ ਜੋ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਰਤਨ ਸਿੰਘ ਜਫਰਵਾਲ ਅਤੇ ਸਰਜੰਟ ਸਿੰਘ ਨੂੰ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਤਨਖਾਹ ਲਗਾਈ ਗਈ ਹੈ। ਜਦ ਤੱਕ ਇਹ ਆਪਣੀ ਤਨਖਾਹ ਪੂਰੀ ਕਰਕੇ ਖਿਮਾ ਯਾਚਨਾ ਦੀ ਅਰਦਾਸ ਨਹੀਂ ਕਰ ਲੈਂਦੇ, ਉਹਨਾਂ ਚਿਰ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਜਾਂ ਸੰਗਤ ਵਿੱਚੋਂ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਾ ਕਰੇ। ਜੇਕਰ ਕੋਈ ਇਹਨਾਂ ਨੂੰ ਅਰਦਾਸ ਕਰਨ ਤੱਕ ਸਹਿਯੋਗ ਕਰੇਗਾ ਤੇ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ। ਜੋ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਹੁਦੇਦਾਰ ਅਤੇ ਅੰਤਰੰਗ ਕਮੇਟੀ ਮੈਂਬਰ ਪਰਿਕਰਮਾ ਕਰਕੇ ਹਾਜ਼ਰ ਹੋ ਚੁੱਕੇ ਨੇ, ਸਾਰੇ ਹਾਜ਼ਰ ਹੋ ਚੁੱਕੇ ਹੋ। ਮਾਨਯੋਗ ਪੰਜ ਸਿੰਘ ਸਾਹਿਬਾਨ ਨੇ ਜੋ ਆਪ ਜੀ ਵਾਸਤੇ ਸੇਵਾ ਨਿਯਤ ਕੀਤੀ ਹੈ, ਉਹ ਮੈਂ ਬੇਨਤੀ ਕਰਾਂਗਾ ਬਹੁਤ ਹੀ ਅਦਬ ਸਾਹਿਬ ਸਿੰਘ ਸਾਹਿਬਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹ ਮਾਈਕ ਤੇ ਆਉਣ ਅਤੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਹੁਦੇਦਾਰ ਅਤੇ ਮੈਂਬਰਾਂ ਨੂੰ ਸੇਵਾ ਸਰਵਣ ਕਰਵਾਉਣ। ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅਗਨਦਾਹ ਹੋਣ ਦੀ ਜਿਹੜੀ ਘਟਨਾ ਵਾਪਰੀ ਹੈ, ਉਹਦੇ ਸੰਬੰਧ ਵਿੱਚ ਪਛਤਾਤਾਪ ਕਰਨ ਲਈ ਇੱਕ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਕਰਾਉਣਗੇ, ਇੱਕ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਜ਼ੂਰ ਹੈ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤਾ ਜਾਊਗਾ, ਉਸ ਸਮੇਂ ਦੌਰਾਨ 3 ਦਿਨ ਸਮੁੱਚੇ ਮੈਂਬਰ ਅਹੁਦੇਦਾਰਾਂ ਨੇ ਜਿਹੜੇ ਜ਼ਿੰਮੇਵਾਰ ਨੇ ਐਗਜ਼ੈਕਟਿਵ ਦੇ ਖਾਸ ਤੌਰ ਤੇ, ਇਹ ਸਾਰਾ ਗੜੀ ਨਿਵਾਸ ਤੋਂ ਲੈ ਕੇ ਡਿਊਟੀ ਤੱਕ 1 ਘੰਟਾ ਰੋਜ਼ ਝਾੜੂ ਮਾਰਨ ਦੀ ਸੇਵਾ ਕਰਨਗੇ। ਮਨਜ਼ੂਰ ਹੈ। ਇੱਕ ਜੋ ਪਰਸੋਂ ਚੌਥੇ ਮੰਦਭਾਗੀ ਘਟਨਾ ਵਾਪਰੀ ਹੈ, ਲੜਾਈ ਹੋਈ ਹੈ, ਵਜ੍ਹਾ ਕੀ ਸੀ ਕੀ ਨਹੀਂ ਸੀ ਇਹ ਵਾਹਿਗੁਰੂ ਜਾਣਦਾ ਹੈ, ਪਰ ਇੱਕ ਜਿਹੜੀ ਮਾੜੀ ਗੱਲ ਹੋਈ ਹੈ ਉਹ ਹੈ ਕਿ ਨਿਹੰਗ ਸਿੰਘ ਦੀ ਦਸਤਾਰ ਜਿਹੜੀ ਉਤਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ, ਭਾਵੇਂ ਕਰਮਚਾਰੀਆਂ ਮੁਲਾਜ਼ਮਾਂ ਨੇ ਆਪਣੇ ਬਚਾਓ ਹਿੱਤ ਉਸ ਨਿਹੰਗ ਸਿੰਘ ਨੂੰ ਫੜਨ ਦਾ ਯਤਨ ਕੀਤਾ, ਪਰ ਦਸਤਾਰ ਦੀ ਬੇਅਦਬੀ ਹੋਈ ਹੈ। ਇਸ ਕਰਕੇ ਜਿਹੜੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਪੰਜ ਪਿਆਰੇ ਸਾਹਿਬਾਨ ਦੇ ਸਨਮੁਖ ਖਿਮਾ ਜਾਚਨਾ ਲਈ ਅੰਮ੍ਰਿਤ ਸੰਚਾਰ ਵਾਲੇ ਦਿਨ ਭੇਜਿਆ ਜਾਏ। ਉੱਥੇ ਉਹ ਖਿਮਾ ਜਾਚਨਾ ਕਰਨ ਮੁਲਾਜ਼ਮ, ਭਾਵੇਂ ਗਲਤੀ ਕਿਸੇ ਦੀ ਵੀ ਹੈ, ਪਰ ਦਸਤਾਰ ਦਾ ਉਤਰਨਾ ਜਿਹੜਾ ਹੈ ਇਹ ਮੰਦਭਾਗਾ ਤੇ ਲੱਜਾ ਵਾਲੀ ਗੱਲ ਹੈ।
ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਅਹੁਦੇਦਾਰਾਂ ਨੂੰ ਕਿ ਅੱਜ ਤੋਂ 1 ਮਹੀਨੇ ਤੱਕ ਤੁਸੀਂ ਕਿਸੇ ਨੇ ਵੀ ਜਨਤਕ ਸਮਾਗਮ ਦੇ ਵਿੱਚ ਨਹੀਂ ਬੋਲਣਾ ਹੈ। ਸਿਰਫ 28 ਤਰੀਕ ਦੇ ਅਜਲਾਸ ਵਾਲੇ ਦਿਨ ਨੂੰ ਛੱਡ ਕੇ, 28 ਤਰੀਕ ਨੂੰ ਅਜਲਾਸ ਹੈ, ਉਸ ਦਿਨ ਤੁਹਾਨੂੰ ਛੋਟ ਹੈ। ਅੱਜ 18 ਅਕਤੂਬਰ ਤੋਂ ਲੈ ਕੇ 18 ਸਤੰਬਰ ਤੋਂ ਲੈ ਕੇ 17 ਅਕਤੂਬਰ ਤੱਕ 1 ਮਹੀਨਾ ਜਨਤਕ ਸਮਾਗਮ ਦੇ ਵਿੱਚ, ਕਿਸੇ ਵੀ ਜਨਤਕ ਸਮਾਗਮ ਦੇ ਵਿੱਚ ਤੁਸੀਂ ਸੰਗਤ ਨੂੰ ਸੰਬੋਧਨ ਨਹੀਂ ਕਰਨਾ। ਦਫ਼ਤਰੀ ਕੰਮਕਾਜ ਕਰੋ, ਅਗਰ ਪ੍ਰੈਸ ਨੂੰ ਕੋਈ ਸੁਨੇਹਾ ਦੇਣਾ ਉਹ ਦਿਓ, ਲੇਕਿਨ ਜਨਤਕ ਸਮਾਗਮਾਂ ਦੇ ਵਿੱਚ ਬੋਲਣ ਦੀ ਜਿਹੜੀ ਹੈ ਉਹ ਮਨਾਹੀ ਹੋਏਗੀ 1 ਮਹੀਨਾ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਪੰਜ ਸਿੰਘ ਸਾਹਿਬਾਨ ਵੱਲੋਂ ਕਿ ਜੋ ਵੀ ਫੈਸਲਾ ਲੈਣਾ ਹੈ ਪਹਿਲਾਂ ਵਿਦਵਾਨਾਂ ਚਿੰਤਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਭਾਵੇਂ ਕੁਝ ਵਕਤ ਲੈ ਲਓ ਤੇ ਫਿਰ ਜਿਹੜਾ ਉਹ ਫੈਸਲਾ ਕਰੋ। ਬਾਰ-ਬਾਰ ਜਿਹੜਾ ਫੈਸਲਾ ਜਿਹੜਾ ਬਦਲਣ ਦਾ ਬਿਲਕੁਲ ਵੀ ਜਿਹੜਾ ਹੈ ਉਹ ਯਤਨ ਨਾ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਸਨਮਾਨ ਨੂੰ ਢਾਹ ਲੱਗਦੀ ਹੈ ਜਦੋਂ ਬਾਰ-ਬਾਰ ਜਿਹੜੇ ਉਹ ਫੈਸਲੇ ਬਦਲੇ ਜਾਂਦੇ ਆ। ਪਹਿਲਾਂ ਹੀ ਫੈਸਲਾ ਲਓ, ਸੋਚ ਸਮਝ ਕੇ ਲਓ, ਵਿਚਾਰ ਕੇ ਲਓ, ਵਿਦਵਾਨਾਂ ਚਿੰਤਕਾਂ ਦੀ ਰਾਏ ਦੇ ਨਾਲ ਲਓ, ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮਜ਼ਾਕ ਦੀ ਪਾਤਰ ਜਿਹੜੀ ਆ ਉਹ ਨਾ ਬਣੇ। ਇਹ ਸਖਤ ਆਦੇਸ਼ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦੇ ਅਹੁਦੇਦਾਰਾਂ ਨੂੰ, ਪ੍ਰਧਾਨ ਨੂੰ। ਮਨਜ਼ੂਰ ਹੈ? ਮੱਥਾ ਟੇਕੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਤੇ ਫਿਰ ਤੁਸੀਂ ਸਾਰੇ ਜਿਹੜੇ ਹੈ ਉਹ ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਦੀਪ ਕਰਨਾ ਸੀ ਅੰਦਰ ਜਾਓ ਦੇਖਣ ਲੱਗੇ ਅੰਦਰ ਇੱਧਰ ਦੀ ਚਲੋ ਵੇਖ ਲਿਆ ਇੱਧਰ ਦੀ ਉੱਤੇ ਜਾਓ ਤੈਨੂੰ ਆਉਂਦਾ ਸਭ ਕੁਝ। ਦੇਖੋਗੇ ਖਬਰ ਹਰ ਧਰਮ ਦੀ, ਖੇਡ ਦੇ ਮੈਦਾਨ ਤੋਂ ਤਾਜ਼ੇ ਅਤੇ ਲਾਈਵ ਅਪਡੇਟ ਅਤੇ ਨਾਲ ਹੀ ਰਾਜਨੀਤੀ ਦੇ ਉਥਲ-ਪੁਥਲ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਜਾਣਨ ਤੇ ਦੇਖਣ ਦੇ ਲਈ ਵੀ ਨਿਊਜ਼ ਆਮ ਆਦਮੀ ਦੀ ਆਵਾਜ਼।